ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਸ਼ਬਦ ਦੇ ਅਰਥ ਕਰਾਂਗੇ। ਸਿਰ ਰਾਗ ਮਹੱਲਾ ਪੰਜਵਾਂ ਕਰ ਦੂਜਾ। ਗੋਇਲ ਆਇਆ ਗੋਇਲੀ, ਕਿਆ ਤਿਸ ਡੰਫ ਪਸਾਰ। ਮੋਹਲਤ ਪੁੰਨੀ ਚੱਲਣਾ, ਤੂੰ ਸੰਭਲ ਕਰ ਬਾਰ। ਹਰ ਗੁਣ ਗਾਓ ਮਨਾ, ਸਤਿਗੁਰ ਸੇਵ ਪਿਆਰ। ਕਿਆ ਥੋੜੜੀ ਬਾਤ ਗਮਾਨ ਰਹਾਓ। ਜੈਸੇ ਰਹਿਣ ਪਰਾਹੁਣੇ, ਉੱਠ ਚਲ ਸੇ ਪ੍ਰਭਾਤ। ਕਿਆ ਤੂੰ ਰਤਾ ਗਿਰਸਤ ਸਿਉ, ਸਭ ਫੁੱਲਾਂ ਕੀ ਬਾਗਾਤ। ਮੇਰੀ ਮੇਰੀ ਕਿਆ ਕਰੇ, ਜਿੰਦੀ ਆਸੋ ਪ੍ਰਭ ਲੋੜ। ਸਰ ਪਰ ਉੱਠੀ ਚੱਲਣਾ, ਛੱਡ ਜਾਸੀ ਲੱਖ ਕਰੋੜ। ਲੱਖ 84 ਭਰਮਤਿਆ, ਦੁਰਲਭ ਜਨਮ ਪਾਇਓ। ਨਾਨਕ ਨਾਮ ਸਮਾਲ ਤੂੰ, ਸੋ ਦਿਨ ਨੇੜਾ ਆਇਓ। ਲੱਖ 84 ਭਰਮਤਿਆ, ਦੁਰਲਭ ਜਨਮ ਪਾਇਓ। ਨਾਨਕ ਨਾਮ ਸਮਾਲ ਤੂੰ, ਸੋ ਦਿਨ ਨੇੜਾ ਆਇਓ। ਗੁਰੂ ਜੀ ਸਵਾਲ ਕਰਕੇ ਸਮਝਾਉਂਦੇ ਹਨ ਕਿ ਜਿਸ ਤਰ੍ਹਾਂ ਚਰਵਾਹਾ ਆਪਣਾ ਮਾਲ ਡੰਗਰ ਲੈ ਕੇ ਕਿਸੇ ਚਰਨ ਵਾਲੀ ਥਾਂ 'ਤੇ ਜਾਂਦਾ ਹੈ, ਉੱਥੇ ਉਸਨੂੰ ਆਪਣਾ ਸਮਾਨ ਅਤੇ ਹੋਰ ਚੀਜ਼ਾਂ ਦਾ ਪਸਾਰਾ ਕਰਨ ਦੀ ਕੀ ਲੋੜ ਹੈ, ਕਿਉਂਕਿ ਉਸਨੇ ਡੰਗਰ ਚਰਾਉਣ ਤੋਂ ਬਾਅਦ ਉਸ ਜਗ੍ਹਾ ਤੋਂ ਚਲੇ ਜਾਣਾ ਹੈ। ਇਸੇ ਤਰ੍ਹਾਂ ਦੀ ਸਥਿਤੀ ਮਨੁੱਖ ਦੀ ਹੈ। ਜਦੋਂ ਤੈਨੂੰ ਇੱਥੇ ਜਗਤ ਵਿੱਚ ਰਹਿਣ ਲਈ ਮਿਲਿਆ ਸਮਾਂ ਮੁੱਕ ਜਾਏਗਾ ਤਾਂ ਤੈਨੂੰ ਇਸ ਸੰਸਾਰ ਨੂੰ ਭਾਵ ਛੱਡ ਕੇ ਜਾਣਾ ਪਏਗਾ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਭਾਈ, ਤੂੰ ਆਪਣੇ ਘਰ ਨੂੰ, ਆਪਣੇ ਘਰ ਦੇ ਸਮਾਨ ਨੂੰ ਕਿਉਂ ਸੰਭਾਲ ਕੇ ਰੱਖ ਰਿਹਾ ਹੈ। ਹੇ ਮੇਰੇ ਮਨ, ਤੂੰ ਪਰਮਾਤਮਾ ਦੇ ਗੁਣ ਗਾਇਆ ਕਰ। ਪਿਆਰ ਨਾਲ ਗੁਰੂ ਦੀ ਦੱਸੀ ਸੇਵਾ ਕਰ। ਤੂੰ ਸੰਸਾਰ ਦੀਆਂ ਪ੍ਰਾਪਤੀਆਂ ਦੀ ਅਸੂਲੀ ਜਿਹੀ ਗੱਲ ਦਾ ਮਾਣ ਕਿਉਂ ਕਰਦਾ ਹੈ। ਜਿਸ ਤਰ੍ਹਾਂ ਰਾਤ ਨੂੰ ਆਏ ਪ੍ਰਾਹੁਣੇ ਪ੍ਰਭਾਤ ਹੁੰਦਿਆਂ ਹੀ ਉੱਠ ਕੇ ਚੱਲ ਪੈਂਦੇ ਹਨ, ਉਸੇ ਤਰ੍ਹਾਂ ਹੀ ਮਨੁੱਖ ਦੀ ਸਥਿਤੀ ਹੈ, ਕਿਉਂਕਿ ਉਹ ਵੀ ਉਮਰ ਰੂਪੀ ਰਾਤ ਨੂੰ ਬਤੀਤ ਕਰਕੇ ਚੱਲ ਪੈਂਦੇ ਹਨ। ਇਸ ਲਈ ਹੇ ਜਗਿਆਸੂ, ਤੂੰ ਇਸ ਗ੍ਰਹਿਸਥ ਨਾਲ, ਬਾਗ ਪਰਿਵਾਰ ਨਾਲ ਕਿਉਂ ਮਸਤ ਹੋਇਆ ਪਿਆ ਹੈ। ਇਹ ਸਾਰੀ ਤਾਂ ਫੁੱਲਾਂ ਦੀ ਹੀ ਬਗੀਚੀ ਵਾਂਗ ਹੈ, ਜਿਹੜੀ ਕਿ ਥੋੜ੍ਹੇ ਸਮੇਂ ਵਾਸਤੇ ਹੀ ਖਿੜਨੀ ਹੈ। ਤੂੰ ਮੇਰੀ ਮੇਰੀ ਕਿਉਂ ਕਰ ਰਿਹਾ ਹੈ। ਇਹ ਚੀਜ਼ ਮੇਰੀ ਹੈ, ਇਹ ਜਾਇਦਾਦ ਮੇਰੀ ਹੈ, ਅਜਿਹਾ ਮਾਣ ਕਿਉਂ ਕਰ ਰਿਹਾ ਹੈ। ਜਿਸ ਪਰਮਾਤਮਾ ਨੇ ਇਹ ਸਭ ਕੁਝ ਦਿੱਤਾ ਹੈ, ਤੂੰ ਉਸਨੂੰ ਲੱਭਣ ਦਾ ਯਤਨ ਕਰ। ਹਰ ਹਾਲਤ ਵਿੱਚ
ਤੈਨੂੰ ਆਪਣੀ ਉਮਰ ਭੋਗ ਕੇ ਇੱਥੋਂ ਚੱਲਣਾ ਪਵੇਗਾ ਅਤੇ ਲੱਖਾਂ ਕਰੋੜਾਂ ਦੀ ਗਿਣਤੀ ਦਾ ਧਨ ਵੀ ਛੱਡ ਕੇ ਜਾਣਾ ਹੋਵੇਗਾ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਭਾਈ, 84 ਲੱਖ ਜੂਨਾਂ ਵਿੱਚ ਭਟਕਣਾ ਤੋਂ ਬਾਅਦ ਤੈਨੂੰ ਇਹ ਮਨੁੱਖਾ ਜੀਵਨ ਬੜੀ ਮੁਸ਼ਕਿਲ ਨਾਲ ਲੱਭਾ ਹੈ। ਗੁਰੂ ਜੀ ਫਰਮਾਉਂਦੇ ਹਨ ਕਿ ਤੂੰ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਵਸਾ ਕੇ ਉਸ ਦਾ ਸਿਮਰਨ ਕਰ, ਕਿਉਂਕਿ ਮੌਤ ਦਾ ਗੁਜ਼ਰਨ ਵਾਲਾ ਹਰ ਸਮਾਂ, ਹਰ ਦਿਨ ਨੇੜੇ ਆ ਰਿਹਾ ਹੈ। ਇਸੇ ਤਰ੍ਹਾਂ ਗੁਰੂ ਜੀ ਸਾਨੂੰ ਹਵਾਲਾ ਦਿੰਦੇ ਹਨ ਕਿ ਜਿਸ ਤਰ੍ਹਾਂ ਗਊਆਂ ਨੂੰ ਚਰਾਉਣ ਵਾਲਾ ਚਰਵਾਹਾ ਲੋੜ ਤੋਂ ਅਧਿਕ ਸਮਾਨ ਨਹੀਂ ਚੁੱਕਦਾ, ਉਸੇ ਤਰ੍ਹਾਂ ਗੁਰੂ ਜੀ ਮਨੁੱਖ ਨੂੰ ਉਪਦੇਸ਼ ਦਿੰਦੇ ਹਨ ਕਿ ਸੰਸਾਰ ਰੂਪੀ ਗਊਸ਼ਾਲਾ ਵਿੱਚ ਤੂੰ ਜ਼ਿਆਦਾ ਖਲੇਰਾ ਨਾ ਪਾ, ਜ਼ਿਆਦਾ ਮੋਹਿਤ ਨਾ ਹੋ, ਕਿਉਂਕਿ ਇੱਕ ਦਿਨ ਤੂੰ ਇੱਥੋਂ ਉੱਠ ਕੇ ਚਲੇ ਜਾਣਾ ਹੈ। ਭਾਵ ਤੇਰੀ ਉਮਰ ਖਤਮ ਹੋ ਜਾਣੀ ਹੈ। ਗੋਇਲੀ ਆਇਆ ਗੋਇਲੀ, ਕਿਆ ਤਿਸ ਡੰਫ ਪਸਾਰ, ਮੋਹਤ ਪੁੱਲਣੀ ਚੱਲਣਾ, ਤੂੰ ਸੰਭਲ ਕਰ ਬਾਰ। ਮਨੁੱਖ ਨੂੰ ਚੇਤੇ ਕਰਵਾਉਂਦੇ ਹੋਏ ਗੁਰੂ ਜੀ ਆਖਦੇ ਹਨ, ਕਿਆ ਥੋੜੜੀ ਬਾਤ ਗੁਮਾਨ ਰਹਾਓ। ਭਾਵ ਤੂੰ ਇਸ ਗੱਲ 'ਤੇ ਇਤਨਾ ਅਹੰਕਾਰ ਕਰ ਰਿਹਾ ਹੈ ਕਿ ਤੇਰੀ ਜ਼ਿੰਦਗੀ ਤੇ ਛੋਟੀ ਜਿਹੀ ਹੈ, ਪਰ ਤੇਰਾ ਅਹੰਕਾਰ ਬਹੁਤ ਵੱਡਾ ਹੈ। ਤੇਰੀ ਮਨੁੱਖ ਦੀ ਸਥਿਤੀ ਤਾਂ ਇਸ ਤਰ੍ਹਾਂ ਦੀ ਹੈ, ਜੈਸੇ ਰਹਿਣ ਪਰਾਉਣੇ ਉੱਠ ਚਲਸੇ ਪ੍ਰਭਾਤ। ਜਿਵੇਂ ਇੱਕ ਰਾਤ ਦਾ ਪ੍ਰਾਹੁਣਾ ਸਵੇਰੇ ਉੱਠ ਕੇ ਚਲਾ ਜਾਂਦਾ ਹੈ, ਤੂੰ ਵੀ ਸੰਸਾਰ ਰੂਪੀ ਘਰ ਵਿੱਚੋਂ ਇੱਕ ਦਿਨ ਨਿਕਲ ਜਾਏਗਾ। ਭਾਵ ਆਪਣੀ ਰਾਤ ਰੂਪੀ ਉਮਰ ਨੂੰ ਖਤਮ ਕਰਕੇ ਇੱਥੋਂ ਇਸ ਸੰਸਾਰ ਵਿੱਚੋਂ ਚਲਾ ਜਾਏਗਾ। ਫਿਰ ਕਿਉਂ ਤੂੰ ਆਪਣੀ ਦੁਨੀਆ ਬਣਾ ਕੇ ਉਸ ਵਿੱਚ ਮੋਹਿਤ ਹੋਇਆ ਫਿਰਦਾ ਹੈ। ਕਿਆ ਤੂੰ ਰਤਾ ਗਿਰਸਤ ਸਿਉ, ਸਭ ਫੁੱਲਾਂ ਕੀ ਬਾਗਾਤ। ਫੁੱਲਾਂ ਵਾਂਗ ਇਹ ਸਭ ਗ੍ਰਸਤੀ ਮੁਰਝਾ ਜਾਣੀ ਹੈ। ਭਾਵ ਸਾਡੀ ਉਮਰ ਖਤਮ ਹੋ ਜਾਂਦੀ ਹੈ। ਮੂਰਖ ਮਨਾ ਤੂੰ ਮੇਰੀ ਮੇਰੀ ਕਿਆ ਕਰੇ, ਜਿੰਦੀਆ ਸੋ ਪ੍ਰਭ ਲੋੜ। ਭਾਵ ਬਜਾਏ ਇਸ ਦੇ ਕਿ ਹਰ ਚੀਜ਼ 'ਤੇ ਆਪਣਾ ਹੱਕ ਜਤਾਏ, ਤੂੰ ਉਸ ਨੂੰ ਲੱਭ ਜਿਸ ਨੇ ਤੈਨੂੰ ਸਭ ਕੁਝ ਦਿੱਤਾ ਹੈ। ਇਸ ਸੰਸਾਰ ਵਿੱਚ ਮਨੁੱਖ ਦੇ ਰਹਿਣ ਦਾ ਕੋਈ ਪੱਕਾ ਠਿਕਾਣਾ ਨਹੀਂ ਹੈ। ਇਸ ਥੋੜ੍ਹੇ ਦਿਨਾਂ ਦੀ ਜ਼ਿੰਦਗੀ ਦਾ ਮਾਣ ਨਹੀਂ ਕਰਨਾ ਚਾਹੀਦਾ। ਮਨੁੱਖਾ ਜਨਮ ਦੁਰਲੱਭ ਹੈ, ਇਸ ਲਈ ਇਸ ਨੂੰ ਵਿਅਰਥ ਵਿੱਚ ਜਾਇਆ ਕਰਨ ਦੀ ਬਜਾਏ ਪਰਮਾਤਮਾ ਦਾ ਨਾਮ ਸਿਮਰਨ ਕਰਨ ਵਿੱਚ ਲਗਾਉਣਾ ਚਾਹੀਦਾ ਹੈ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।